हेलो दोस्तों, लास्ट ਲੈਕਚਰ ਦੇ ਵਿੱਚ ਆਪਾਂ ਤਿਕੋਣਾਂ ਦੀ ਸਰਵੰਗ ਸਮਤਾ ਬਾਰੇ ਗੱਲ ਕੀਤੀ ਸੀ। ਆਪਾਂ ਉਸ ਦੇ ਮਾਪਦੰਡਾਂ ਬਾਰੇ ਬੜੀ ਡਿਟੇਲ ਦੇ ਵਿੱਚ ਚਰਚਾ ਕੀਤੀ ਸੀ। ਇਸ ਲੈਕਚਰ ਦੇ ਵਿੱਚ ਆਪਾਂ ਉਸੇ ਦੀ ਲਗਾਤਾਰਤਾ 'ਚ ਅੱਗੇ ਚੱਲਦੇ ਹੋਏ ਆਪਾਂ ਕੁਐਸਚਨਾਂ ਤੇ ਗੱਲ ਕਰਾਂਗੇ ਮਾਪਦੰਡਾਂ ਦੇ ਅਕੋਰਡਿੰਗ। ਤਾਂ ਸਭ ਤੋਂ ਪਹਿਲਾਂ ਆਪਾਂ ਜੋ ਪਹਿਲਾ ਮਾਪਦੰਡ ਕੀਤਾ ਸੀ SAS ਭੁਜਾ ਕੋਣ ਭੁਜਾ। ਆਪਾਂ ਇਸ ਮਾਪਦੰਡ ਦੀ ਗੱਲ ਕੀਤੀ ਸੀ ਕਿ ਜਦੋਂ ਇੱਕ ਤਿਕੋਣ ਦੀਆਂ ਦੋ ਭੁਜਾਵਾਂ ਅਤੇ ਉਸ ਦਾ ਵਿਚਕਾਰਲਾ ਕੋਣ ਦੂਜੇ ਤਿਕੋਣ ਦੀਆਂ ਦੋ ਸੰਗਤ ਭੁਜਾਵਾਂ ਅਤੇ ਵਿਚਕਾਰਲੇ ਕੋਣ ਦੇ ਬਰਾਬਰ ਹੋਵੇ ਤਾਂ ਤਿਕੋਣਾਂ ਕੀ ਹੁੰਦੀਆਂ ਨੇ? ਸਰਵੰਗ ਸਮ ਹੁੰਦੀਆਂ ਨੇ। ਹੁਣ ਆਪਾਂ ਕੁਝ ਕੁਐਸਚਨਸ ਤੇ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ, ਦੇਖੋ ਆਪਣੇ ਕੋਲੇ ਪਹਿਲੀ ਉਦਾਹਰਨ, ਇੱਕ ਸ਼ਕਲ ਦਿੱਤੀ ਹੋਈ ਹੈ, ਇੱਕ ਡਾਇਗਰਾਮ ਆਪਾਂ ਨੂੰ ਦਿੱਤੀ ਹੋਈ ਹੈ। ਕਹਿੰਦੇ ਚਿੱਤਰ ਵਿੱਚ OA ਬਰਾਬਰ ਹੈ OB ਅਤੇ OD ਬਰਾਬਰ OC ਹੈ। ਇਸ ਅਕੋਰਡਿੰਗ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ OA B C D। ਆਹ ਆਪਣੇ ਕੋਲੇ ਇੱਕ ਡਾਇਗਰਾਮ ਮੈਂਸ਼ਨ ਕੀਤੀ ਹੋਈ ਹੈ। ਤਾਂ ਸਿੱਧ ਕਰੋ नंबर 1, त्रिकोण AOD सर्वंग सम है त्रिकोण BOC। नंबर 2, AD समांतर है BC। एक क्वेश्चन देता है किते ना किते, जो मेरा एक्सपीरियंस है आप देखते हैं किते ना किते ज्योमेट्री औखी लगती है, पर मैं एक गल दसदा, ज्योमेट्री सब तो सौखी है। कोई फार्मूला नहीं लगना, कोई जोड़ घटा नहीं करना, कोई आप आंसर नहीं कढ़ना, क्योंकि ਇਹਦੀ ਖਾਸੀਅਤ ਕੀ ਹੁੰਦੀ ਹੈ, ਜਿਹੜੀ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੁੰਦੀ ਹੈ ਉਹਦੇ ਵਿੱਚ ਹੀ ਤੁਹਾਡਾ ਆਨਸਰ ਹੈ, ਉਹ 'ਚ ਹੀ ਤੁਸੀਂ ਹੱਲ ਕਰਨਾ ਹੈ, ਤੁਹਾਨੂੰ ਦਿੱਤਾ ਹੋਇਆ ਹੈ ਸਿੱਧ ਕਰਨਾ ਹੈ। ਦੇਖੋ ਚਿੱਤਰ ਵਿੱਚ OA ਬਰਾਬਰ OB ਕਿੱਥੇ ਹੈ? ਨਿਸ਼ਾਨ ਲਾਣੇ ਸ਼ੁਰੂ ਕਰੋ। OA ਬਰਾਬਰ ਹੈ OB। ਨੰਬਰ 2, OD बराबर OC, OD बराबर OC। ਸਰਵੰਗ ਸਮਤਾ ਦੇ ਵਿੱਚ ਕੀ ਹੁੰਦਾ, ਮੈਂ ਤੁਹਾਨੂੰ ਇੰਨੀ ਗੱਲ ਦੱਸਦਾ, ਕਿਉਂਕਿ ਆਪਾਂ ਜਿੰਨੇ ਵੀ ਸਿਧਾਂਤ ਕੀਤੇ ਨੇ, ਆਪਾਂ ਕਿਹੜੇ ਕਿਹੜੇ ਸਿਧਾਂਤ ਕੀਤੇ ਹੈ? SAS, ASA, SSS, RHS। ਆਪਾਂ ਨੂੰ ਪਤਾ ਹੈ ਇੱਕ ਤਿਕੋਣ ਦੇ 6 ਭਾਗ ਹੁੰਦੇ ਨੇ, 3 ਕੋਣ ਅਤੇ 3 ਭੁਜਾਵਾਂ, 6 ਭਾਗ ਹੁੰਦੇ ਆ। ਤੇ 6 ਦੇ ਵਿੱਚੋਂ ਇੱਥੇ ਦੇਖੋ 3 ਭਾਗ ਨੇ ਇੱਕ ਪ੍ਰੋਪਰ ਸਿਸਟਮ ਦੇ ਵਿੱਚ। 3 ਭਾਗ ਇੱਥੇ ਆ, 3 ਇੱਥੇ ਆ, 3 ਇੱਥੇ ਆ, 3 ਇੱਥੇ ਆ। ਤਾਂ 6 ਦੇ ਵਿੱਚੋਂ 3 ਆਪਾਂ ਅਗਰ ਸਿੱਧ ਕਰਦੇ ਇੱਕ ਸਿਸਟਮ ਦੇ ਵਿੱਚ ਜੋ ਆਪਣੇ ਮਾਪਦੰਡ ਨੇ, ਆਪਾਂ ਤਿਕੋਣਾਂ ਨੂੰ ਸਰਵੰਗ ਸਮ ਸਿੱਧ ਕਰ ਸਕਦੇ ਹਾਂ। ਤੇ ਇੱਕ ਹੋਰ ਖਾਸੀਅਤ, 3 ਦੇ ਵਿੱਚੋਂ 2 ਤੁਹਾਨੂੰ ਦਿੱਤੇ ਹੋਣਗੇ। ਜ਼ਿਆਦਾਤਰ ਕੁਐਸਚਨਾਂ 'ਚ ਕੀ ਹੁੰਦਾ ਹੈ, ਉਹ 3 ਦੇ ਵਿੱਚੋਂ 2 ਆਪਾਂ ਨੂੰ ਦਿੱਤੇ ਹੁੰਦੇ ਨੇ। ਤਾਂ ਕੀ ਰੌਲਾ ਰਹਿ ਗਿਆ? ਇਕੱਲੇ ਤੀਜੇ ਦਾ ਰੌਲਾ ਰਹਿ ਗਿਆ। ਤਾਂ ਤੀਜਾ ਕੀ ਹੋ ਸਕਦਾ ਹੈ? ਸਿਖਰ ਸਨਮੁਖ ਕੋਣ। ਜਦੋਂ ਦੋ ਸਮਾਂਤਰ ਦੋ ਰੇਖਾਵਾਂ ਕੱਟਦੀਆਂ ਨੇ, ਆਪਾਂ ਨੂੰ ਪਤਾ ਸਿਖਰ ਸਨਮੁਖ ਕੋਣ ਕੀ ਹੁੰਦੇ ਨੇ? ਬਰਾਬਰ ਹੁੰਦੇ ਆ। ਕੋਈ ਸਮਾਂਤਰ ਰੇਖਾਵਾਂ ਦਾ ਦਿਗਾ ਦੇਤਾ ਸੰਗਤ ਕੋਣ, ਇਕਾਂਤਰ ਕੋਣ। ਤਾਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਤੀਜੀ ਸ਼ਰਤ ਇਸ ਅਕੋਰਡਿੰਗ ਬਣਨੀ ਹੈ। ਆਓ ਦੇਖੀਏ ਕਿਵੇਂ ਹੱਲ ਕਰਨਾ ਹੈ। ਸਿੱਧ ਕੀ ਕਰਨਾ ਹੈ? ਆ ਸਿੱਧ ਕਰਨਾ ਹੈ। ਜੇ ਦੇਖੋ ਦਿੱਤਾ ਵੀ ਇਹਦੇ ਵਿੱਚ ਹੈ, ਸਿੱਧ ਵੀ ਇਹਦੇ ਵਿੱਚ ਕਰਨਾ ਹੈ। 3 ਸ਼ਰਤਾਂ ਸਿਸਟਮ ਦੇ ਵਿੱਚ ਚਾਹੀਦੀਆਂ, 2 ਦਿੱਤੀਆਂ ਹੋਈਆਂ, ਤੀਜੀ ਆਪਾਂ ਲਿਖਣੀ ਹੈ। ਸਿਰਫ ਇੱਕ ਲਾਈਨ ਆਪਾਂ ਆਪਣੇ ਕੰਨਿਓ ਲਿਖਣੀ ਹੈ, ਬਾਕੀ ਸਾਰਾ ਤੁਸੀਂ ਦਿੱਤਾ ਹੋਇਆ ਇੱਕ ਸਿਸਟਮ ਦੇ ਵਿੱਚ ਲਿਖਣਾ ਹੈ। ਕਿਵੇਂ? ਜੋ ਸਿੱਧ ਕਰਨਾ ਹੈ ਉਹ ਲੈ ਕੇ ਚੱਲੋ। ਤਿਕੋਣ AOD ਅਤੇ ਤਿਕੋਣ BOC ਵਿੱਚ, AOD ਅਤੇ BOC ਵਿੱਚ OA ਬਰਾਬਰ OB ਆ ਦੇ ਰੱਖਿਆ। ਦੇਖੋ OA ਬਰਾਬਰ OB, OD ਬਰਾਬਰ OC ਇਹ ਦੇ ਰੱਖਿਆ। 2 ਸ਼ਰਤਾਂ ਆਪਾਂ ਨੂੰ ਦੇਤੀਆਂ ਨਾ। ਤੀਸਰਾ ਕੀ ਹੋ ਗਿਆ? ਇੱਥੇ ਕਾਟਵੀਆਂ ਰੇਖਾਵਾਂ ਆ ਆਪਸ ਵਿੱਚ ਕੋਣ ਕੀ ਹੋਣਗੇ? ਬਰਾਬਰ। ਕਿਉਂ? ਸਿਖਰ ਸਨਮੁਖ ਕੋਣ। ਨੰਬਰ 1। ਨੰਬਰ 2, ਕੋਣ 1 ਬਰਾਬਰ ਕੋਣ 2 शिखर
सन्मुख कोण। सिर्फ तीजी शर्त आप अपने कन्ने लिखी है, तो तिकोना फिर की हो गया सर्वंग सम एस ए एस। देखो दो भुजावां दे विच एक कोण आ गया, पहली शर्त। ए जो सिद्ध करना है उथों लिता है, आ दे रखिया आ दे रखिया। आह एक शर्त आप अपने कन्ने लिखनी है, वो थोनों मैं दस्सिया है। शिखर सन्मुख कौन हो सकता है, कोई जो समांतर रेखावां आ गई, संगत एकांतर कौन हो सकते हैं, या कौन साझा हो सकता है, भुजा साझी हो सकती है। तिकोना की हो गई सर्वांग सम। पहली शर्त देखो आप कर ली। दूसरी ते जदों पहली शर्त होगी ना, दूजा हिस्सा जो इहदा सीपीसीटी है संगत भाग ने उन्हां तो बनूगा। यह सीधी गल याद रखनी है तुसीं। पहला भाग हो गया, हुण दूसरा। जदों तिकोना सर्वंग सम किहड़े किहड़े हिस्से बराबर ने। देखो आप समांतर सिद्ध करना है, हुण समांतर सिद्ध करना है ना, तो समांतर का मतलब की हो गया, आप एकांतर नूं सिद्ध कर दिए या संगत नूं सिद्ध कर दिए। तो इत्थे देखो आ कोण इहदे बराबर हो गया कि नहीं हो गया। किवें होया मैं दसदा। ओ ए बराबर ओ बी, तो ओ ए दे सामने वाला कोण लास्ट लेक्चर देखो ओ बी दे सामने वाला कोण आपस च बराबर हो गए। तो यदा मतलब सी बराबर है डी, ओ डी बराबर ओ सी, तो ओ डी दे सामने वाला कोण ते ओ सी दे सामने वाला कोण की हो गए बराबर। तो तुसीं कोई भी एक जोड़ा ले लो, मैं पहले तो लिख लेना या दूजे तो। ओ ए दे सामने कोण की हो गया डी, ओ बी दे सामने कोण की हो गया सी। ए की बन गया सीपीटीसी सर्वंग सम तिकोना दे संगत भाग। ते जे डी बराबर है सी, तो ध्यान नाल देखो इन्हां दोवां रेखावां दे लई की ने ये एकांतर कोण है। एडी अते बीसी लई एकांतर कोण हन, ते इस लई एडी समांतर बीसी। तो कुछ किता की है मैंने, मैं सिर्फ एक शर्त नूं अपने कन्नियों लिखिया है, ते बाकी सारा सिस्टम की आ गया ओमे दा ओमे ही आ गया। आप होर अगे क्वेश्चन की गल करते हैं, होर डिटेल समझाने इस चीज़ से। अगली एग्जाम्पल आ गई, एक होर क्वेश्चन की गल करते हैं अगले ते। क्वेश्चन की कह रहा है या एग्जाम्पल की कह रही है, चतुर्भुज ए सी बी डी विच ए सी बराबर ए डी अते ए बी कोण ए नूं समदुभाजित करती है। सिद्ध करो नंबर 1, त्रिकोण ए बी सी सर्वांग सम है ए बी डी। नंबर 2, बी सी बराबर है बी डी। आपां नूं स्टेटमेंट दी है, तो डायग्राम है। यह आपां नूं डायग्राम दी है, तो जिहड़ी गल मैं की है स्टेटमेंट की दिता होया है, स्टार्ट करते हैं। चतुर्भुज ए सी बी डी विच ए सी बराबर है ए डी, पहला गल यही दे रखे। दूसरा ए बी कोण ए नूं समदोभाजित। समदोभाजित का मतलब की हुंदा है, दो बराबर भाग। सम दो, मैनू तोड़ रहा, भाजित बराबर दो भाग। तो यदा मतलब की हो गया, समदोभाजित का मतलब दो बराबर भागों के विच वंडना। तो जिहड़ा ए बी है कोण ए नूं दो बराबर हिस्सों च वंड रहा है। बराबर का मतलब आ कोण इहदे बराबर हो गया, उरे आपां नाम लिख लेने आ, कोण एक बराबर है कोण दो। दूजी लाइन होगी, मैं तुहानूं की कहा सी, दो शर्तां तुहानूं दित्तियां होईयां ने, तुसीं देखणियां ने। सिद्ध की करना है, आ दो तिकोना करो शुरू। त्रिकोण ए बी सी अते त्रिकोण ए बी डी विच ए बी सी उपरली त्रिकोण ए बी डी की दिता होया। पहला देखो, पहली शर्त ए सी बराबर ए डी,
दूजी ए भी समदुभाजित करती है, तो मतलब की हो गया कोण एक बराबर है कोण दो। ए दिता होया है। तीजी शर्त देखते हैं, एक आप आ त्रिकोण लई है, एक आ त्रिकोण लई है। तीजी शर्त देखो, आ जिहड़ी भुजा है दोहां दे विच की आ गई, चैक करके देखो की आ गई, दोहां दे विच सांझी आ गई, तो इसका मतलब ए बी की हो गया सांझा। तिकोना सर्वंग सम, ए बी सी सर्वंग सम ए बी डी हो गया काम। केड़ी शर्त होगी देखो, भुजा भुजा ते कोण, सिद्धांत केड़ा हो गया, मापदंड केड़ा हो गया, एस ए एस। नंबर 2 हुण आह बी सी ते बी डी, आप भुजा सिद्ध करनी है ना, तो भुजा किहदे सामने होगी, कोण दे, एक बराबर है 2। ਇਹਦੇ ਸਾਹਮਣੇ आ गया, ਇਹਦੇ ਸਾਹਮਣੇ आ गया। ਜਦੋਂ ਆ ਦੋਨੇ ਕੋਣ ਬਰਾਬਰ ਹੈ ਤਾਂ ਇਹਦੇ ਸਨਮੁਖ ਜਿਹੜੇ ਸੰਗਤ ਹਿੱਸੇ ਵੀ ਕੀ ਹੋਣਗੇ, ਆਪਸ 'ਚ ਬਰਾਬਰ ਹੋਣਗੇ। ਕਿਉਂ? CPCT ਸਰਵੰਗ ਸਮ ਤਿਕੋਣਾ ਦੇ ਸੰਗਤ ਭਾਗ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕਰਨਾ ਹੈ ਕਿ ਸਾਰਾ ਕੁਝ ਤੁਹਾਨੂੰ ਦਿੱਤਾ ਹੋਇਆ ਹੈ, दो शर्तां 3 भागों चो तुहानूं दित्तियां होईयां, एक शर्त आपां लिखनी है, वो किहड़ी हो सकती है, कोई शिखर सन्मुख आ गई, कोई सांझा आ गया, आपां सिर्फ उस ते गल करनी है। अगले क्वेश्चन ते आपां गल करदे हां। क्वेश्चन की कह रहा है, ए बी एक रेखाखंड है अते रेखा एल, ए बी एक की है रेखाखंड है ਅਤੇ रेखा L इस दा लंब समदुभाजक है जेकर बिंदु P L उत्ते स्थित होवे, L उत्ते स्थित होवे, तो सिद्ध करो पी ए बराबर पी बी। डायग्राम अपने को हैगी है, ए बी एक रेखाखंड है, एल इस दा एक लंब समदुभाजक है, ते पी एक उपर स्थित है। इत्थे आपां एक नाम देता सी। हल सब तो पहला की दिता होया है, आपां गल करदे हां। हाँ जी, ए बी रेखाखंड है, ठीक है। रेखा एल इस दा लंब समदुभाजक, देखो दो चीज़ां ने, लंब दो चीज़ां ने। लंब का मतलब 90 डिग्री का कोण, तो इसका मतलब आ कोने दे बराबर हो गया। तुसी कोई भी नाम दे सकते हो, एक दो आप तां लिखते हैं पूरे नेम दे नालों कि आप सौखा बन जाए। तुसी पूरा नाम लिखना, पूरा नाम लिख लो तां भी कोई दिक्कत नहीं हैगी। समदुभाजक का मतलब जिहड़ी एल रेखा है इनू दो हिस्सों च वंड रही है। हाँ देखो, लंब का मतलब कोण 90 का बन रहा है जिथे वो कट रहे हैं, समदुभाजक का मतलब वो उन्होंने दो बराबर हिस्सों के विच कट रही है। तो फिर आपां नूं की देता एक लाइन दे विच, आ दोने 90 देते, आ हिस्सा देखो दो शर्तां देतियां जिहड़ी मैं गल कीती सी। देखो फर्क की पै गया, इत्थे इन्हां ने मैथ की भाषा दे विच लिखिआ है, वो तुसीं देखना है कि वो तुहानूं भाषा किवें आंदी। तां मेरी कोशिश है मैं उहनूं कल्ली कल्ली तां ही समझा रहा कि अगर इस भाषा च आ गया तो इसदा मतलब हो गया 90 का कोण, ਇਹਦਾ मतलब हो गया ये दो हिस्से च वंडदी है। हल किहड़ियां दो त्रिकोणां ने, एक खब्बे पासे एक सज्जे पासे। त्रिकोण ACP अते त्रिकोण BCP विच देखो ACP खब्बे पासे, दूजी आ होगी BCP। की दिता होया, कोण एक बराबर कोण दो, क्यों 90 है। इत्थे निशान का देखो, निशान का फायदा कितना है कि आपां नूं ज़्यादा देखने की लोड़ नहीं, आपां सीधा लिख सकते हैं AC बराबर है CB, क्योंकि आपां नूं लंब समदुभाजक दिता होया। तो हुण आपां एक आ त्रिकोण लई है, एक आ त्रिकोण लई है, तो तीजा हिस्सा आ भुजा देखो, ये भुजा की आ गई दोहां दे विच आ गई, PC या CP जो तुहाडा मन है,
पीसी हो गई सांझी, तिकोना हो गई ਸਰਵੰਗ ਸਮ। ਕਿਹੜੀ ਸ਼ਰਤ ਲੱਗ ਗਈ? ਭੁਜਾ ਭੁਜਾ ਦੇ ਵਿੱਚ ਕੌਣ ਹੈ? ਐਸ ਏ ਐਸ। ਸਿਧਾਂਤ ਕਿਹੜਾ ਲੱਗ ਗਿਆ ਆਪਣੇ ਕੋਲੇ? ਐਸ ਏ ਐਸ ਦਾ। ਤਾਂ ਜਦੋਂ ਤਿਕੋਨਾ ਸਰਵੰਗ ਸਮ ਹੋ ਗਈਆਂ ਆਪਾਂ ਕੀ ਸਿੱਧ ਕਰਨਾ? ਪੀ ਏ। ਤਾਂ ਇਹਦੇ ਕੋਣ ਦੇਖੋ ਕਿਹੜੇ ਪਏ ਆ? ਇੱਕ ਦੇ ਸਾਹਮਣੇ ਆ ਗਿਆ ਪੀ ਏ, 2 ਦੇ ਸਾਹਮਣੇ ਆ ਗਿਆ ਬੀ। ਅਗਰ 1 ਤੇ 2 ਬਰਾਬਰ ਨੇ ਤਿਕੋਣ ਦੇ ਵਿੱਚ, ਤਿਕੋਨਾ ਦੇ ਵਿੱਚ, ਤਾਂ ਜਿਹੜੇ ਉਹਨਾਂ ਦੇ ਸਾਹਮਣੇ ਉਹਦੇ ਸੰਗਤ ਹਿੱਸੇ ਵੀ ਕੀ ਹੋਣਗੇ? ਬਰਾਬਰ ਹੋਣਗੇ। ਕਿਉਂ ਹੋਣਗੇ? ਸੀ ਪੀ ਸੀ ਟੀ ਸਰਵੰਗ ਸਮ ਤਿਕੋਨਾ ਦੇ ਸੰਗਤ ਭਾਗ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕੁਐਸਚਨ ਕਰਨਾ ਹੈ। ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ, ਆਪਾਂ ਸਿਰਫ ਇਹਦੀ ਸਟੇਟਮੈਂਟ ਪੜ੍ਹਨਾ ਸਿੱਖਣੀ ਹੈ ਕਿ ਇਹਦੀ ਸਟੇਟਮੈਂਟ ਦੇ ਵਿੱਚ ਕੀ ਕੀ ਦਿੱਤਾ ਹੋਇਆ। ਨੈਕਸਟ ਕੁਐਸਚਨ ਤੇ ਗੱਲ ਕਰਦੇ ਹਾਂ। ਏ ਬੀ ਸੀ ਡੀ ਇੱਕ ਚਤੁਰਭੁਜ ਹੈ। ਮੈਂ ਜੋ ਕੁਐਸਚਨ ਕਰ ਰਿਹਾ, ਕੁਐਸਚਨ ਆਪਣੇ ਬੁੱਕ ਦੇ ਹੀ ਨੇ, ਪਰ ਮੈਂ ਮਾਪਦੰਡਾਂ ਦੇ ਅਕੋਰਡਿੰਗ ਕਰ ਰਿਹਾ, ਮਤਲਬ ਇੱਕ ਸਿਸਟਮ ਦੇ ਵਿੱਚ ਕਰ ਰਿਹਾ, ਨਾ ਕਿ ਬੁੱਕ ਦੇ ਵਿੱਚ ਕਿਵੇਂ ਸੀਰੀਅਲ ਵਾਈਜ਼ ਹੈ, ਤਾਂ ਕਿ ਤੁਹਾਨੂੰ ਜਲਦੀ ਸਮਝ ਆ ਜਾਏ। ਏ ਬੀ ਸੀ ਡੀ ਇੱਕ ਚਤੁਰਭੁਜ ਹੈ ਜਿਸ ਵਿੱਚ ਏ ਡੀ ਬਰਾਬਰ ਬੀ ਸੀ ਅਤੇ ਕੋਣ ਡੀ ਏ ਬੀ ਬਰਾਬਰ ਹੈ ਕੋਣ ਸੀ ਬੀ ਏ। ਸਿੱਧ ਕਰੋ ਨੰਬਰ 1 ਤਿਕੋਣ ਏ ਬੀ ਡੀ ਸਰਵੰਗ ਸਮ ਹੈ ਬੀ ਏ ਸੀ। नंबर 2 बी डी बराबर ए सी। नंबर 3 कोण ए बी डी बराबर कोण बी ए सी। डायग्राम की दिती आपां नूं? आ डायग्राम है अपने कोले। ए बी सी डी ਆਪਾਂ ਨੂੰ ਕੁਐਸਚਨ ਦਿੱਤਾ ਹੋਇਆ ਹੈ। ਹੁਣ ਕਰਨਾ ਕਿਵੇਂ ਹੈ? ਪਹਿਲਾਂ ਕੀ ਕਰਾਂਗੇ? ਸਟੇਟਮੈਂਟ ਪੜਾਂਗੇ। ਕੀ ਦਿੱਤਾ ਹੋਇਆ? ਏ ਬੀ ਸੀ ਡੀ ਇੱਕ ਚਤੁਰਭੁਜ ਹੈ ਜਿਸ ਵਿੱਚ ਏ ਡੀ ਬਰਾਬਰ ਹੈ ਬੀ ਸੀ ਅਤੇ ਕੋਣ ਡੀ ਏ ਬੀ, ਡੀ ਏ ਬੀ ਕੋਣ ਆਪਾਂ ਨੂੰ ਪਤਾ ਹੈ ਵਿਚਾਲੜੇ ਪੁਆਇੰਟ ਤੇ ਬਣਦਾ ਹੈ, ਅਤੇ ਸੀ ਬੀ ਏ, ਸੀ ਬੀ ਏ। 2 ਸ਼ਰਤਾਂ ਬਰਾਬਰ ਹੋ ਗਈਆਂ। तीसरी ਆਪਾਂ ਲੱਭਾਂਗੇ, ਵਿੱਚ ਪਈ ਹੈ। ਸਿੱਧ ਕੀ ਕਰਨਾ ਹੈ? ਜੋ ਸਿੱਧ ਕਰਨਾ ਹੈ ਆਪਾਂ ਉਹ ਤਿਕੋਣਾ ਲੈ ਕੇ ਚੱਲਦੇ ਹਾਂ। ਤਿਕੋਣ ਏ ਬੀ ਡੀ ਅਤੇ ਤਿਕੋਣ ਬੀ ਏ ਸੀ ਵਿੱਚ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇਦੋਂ ਪਹਿਲਾਂ ਆਪਾਂ ਜਿਹੜੇ ਵੀ ਕੁਐਸਚਨ ਕੀਤੇ ਸੀ ਉਹ ਕੁਐਸਚਨਾਂ ਦੀ ਖਾਸੀਅਤ ਕੀ ਸੀ? ਉਹਦੇ ਵਿੱਚ ਦੋਨੇ ਤਿਕੋਣਾ ਅਲੱਗ-ਅਲੱਗ ਥਾਵਾਂ ਤੇ ਸੀ, ਮਤਲਬ ਅਲੱਗ-ਅਲੱਗ ਸੈਪਰੇਟ ਪਈਆਂ ਸੀ। ਬੜੇ ਆਸਾਨੀ ਨਾਲ ਆਪਾਂ ਦੇਖ ਲੈਂਦੇ। ਆਪਣੇ ਕੋਲੇ ਦੇਖੋ ਇਸ ਟਾਈਪ 'ਚ ਡਾਇਗਰਾਮਾਂ ਸੀ ਲਗਭਗ, ਕਿ ਬੜੀ ਆਸਾਨੀ ਦੇ ਨਾਲ ਆਪਾਂ ਕੀਤਾ। ਜਾਂ ਆਪਾਂ ਆਹ ਕੁਐਸਚਨ ਕੀਤਾ ਸੀ ਇੱਕ, ਕਿ 2 ਤਿਕੋਣਾ ਅਲੱਗ-ਅਲੱਗ ਪਈਆਂ ਸੀ, ਪਰੰਤੂ ਇੱਥੇ ਮਿਕਸ ਆ ਗਈਆਂ ਨਾ। ਤਾਂ ਕੀ ਕਰਾਂਗੇ? ਆਪਾਂ ਕੁਐਸਚਨ ਨੂੰ ਸੌਖਾ ਬਣਾਉਣ ਦੇ ਲਈ ਜੋ ਤਿਕੋਣਾ ਚਾਹੀਦਾ ਮੈਂ ਉਹਨੂੰ ਬ੍ਰੇਕ ਕਰ ਰਿਹਾ, ਅਲੱਗ-ਅਲੱਗ ਕਰ ਰਿਹਾ। ਤਿਕੋਣ ਏ ਬੀ ਡੀ ਆ ਰਹੀ, ਆਪਾਂ ਇਹਨੂੰ ਅਲੱਗ-ਅਲੱਗ ਕਰ ਰਹੇ ਹਾਂ। ਏ ਬੀ ਡੀ ਜਿਵੇਂ ਨਿਸ਼ਾਨ ਹੈ ਦੇਖੋ ਮੈਂ ਉਵੇਂ ਲਿਖ ਰਿਹਾ। ਏ ਡੀ ਤੇ ਇੱਕ ਕੋਣ ਇਸ ਤੇ, ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿਹੜਾ ਕਿਹਦੇ ਬਰਾਬਰ ਹੈ, ਆਪਾਂ ਨੂੰ ਦਿੱਕਤ ਨਾ ਆਵੇ। ਦੂਸਰਾ ਬੀ ਏ ਸੀ, ਬੀ ਏ ਸੀ, ਬੀ ਏ ਸੀ, ਬੀ ਸੀ ਆ ਗਿਆ। ਇਹ 2 ਹੋ ਗਿਆ ਨਾ। ਤਾਂ 2 ਸ਼ਰਤਾਂ ਆਪਾਂ ਨੂੰ ਦੇਤੀਆਂ, ਏ ਡੀ ਬਰਾਬਰ ਬੀ ਸੀ ਅਤੇ ਕੋਣ ਡੀ ਏ ਬੀ ਬਰਾਬਰ ਕੋਣ ਸੀ ਬੀ ਏ। ਦੇਖੋ ਹੁਣ ਧਿਆਨ ਨਾਲ ਅਲੱਗ-ਅਲੱਗ ਕਰਨ 'ਚ ਇੱਕ ਤਾਂ ਤਿਕੋਣ ਹੋ ਗਈ, ਸ਼ੇਡ ਕਰ ਰਿਹਾ ਮੈਂ, ਸਮਝ ਆ ਜੇ, ਬੀ ਏ ਡੀ। ਦੂਜਾ ਆ ਹੋ ਗਿਆ, ਹੈ ਨਾ। ਦੋਹਾਂ ਦੇ ਵਿੱਚ ਕੀ ਸਾਂਝਾ ਪਿਆ? ਧਿਆਨ ਨਾਲ ਦੇਖੋ, ਕੋਈ ਭੁਜਾ ਸਾਂਝੀ ਪਈ ਹੈ, ਆ ਪਈ, ਨਾਮ ਦੇਖੋ ਏ ਬੀ। ਜਿਹੜਾ ਆ ਹਿੱਸਾ ਹੈ ਇਹ ਦੋਹਾਂ ਦੇ ਵਿੱਚ ਆ ਰਿਹਾ, ਤਾਂ ਏ ਬੀ ਕੀ ਹੋ ਗਿਆ? ਸਾਂਝਾ। ਤਿਕੋਣਾ ਹੋ ਗਈਆਂ ਸਰਵੰਗ ਸਮ। ਜਦੋਂ ਸਾਂਝਾ ਹੋ ਗਿਆ ਤਿਕੋਣਾ ਕੀ ਹੋ ਗਈਆਂ? ਸਰਵੰਗ ਸਮ। ਸਿਧਾਂਤ ਕਿਹੜਾ ਬਣ ਗਿਆ?
एस ए एस, पहला स्टैप खत्म। तो बी डी ते ए सी ਉਹਦੇ ਕੀ ਹੋਣਗੇ सब पार्ट। ਇੱਥੋਂ ਹੀ चेक कर लेना ਆਪਾਂ नाम पवा, देखो बी डी किहदे बराबर, क्योंकि ਆਪਾਂ नाम दे रखे है बी डी ते ए सी ਦੇ ਕੀ ਹੋ गए संगत हिस्से ਤੇ कोण भी ਇਹਦੇ ਕੀ ਹੋ गए संगत हिस्से। ਤਾਂ ਆਪਣਾ देखो ਸਿੱਧਾ ਪਹਿਲਾ ਮੇਨ ਕੰਮ ਕੀ ਕੀਤਾ ਆਪਾਂ ਸਿਰਫ ਤਿਕੋਣਾ ਸਰਵੰਗ ਸਮ ਕੀਤੀਆਂ, ਬਾਕੀ ਤਾਂ ਉਹਦੇ ਜਿਹੜੇ CPCT ਬਣਨਗੇ ਸੰਗਤ ਭਾਗ ਬਣਨਗੇ। ਤਾਂ ਕੁਐਸਚਨ 'ਚ ਆ ਵੀ ਦੇ ਰੱਖਿਆ ਆ ਵੀ ਦੇ ਰੱਖਿਆ, ਸਿਰਫ ਇੱਕ ਆਪਾਂ ਆ ਲੱਭਿਆ ਉਹ ਆਪਾਂ ਕਰਨਾ ਹੈ। ਤਾਂ ਆਪਾਂ ਕੁਝ ਵੀ ਨਹੀਂ ਕੀਤਾ, ਸਿਰਫ ਮੈਂ ਇੱਕ ਸਟੈਪ ਇੰਟਰੋਡਿਊਸ ਕੀਤਾ ਹੈ, ਬਾਕੀ ਆਪਣਾ ਸਾਰਾ ਟੌਪਿਕ ਐਜ਼ ਇਟ ਇਜ਼। ਤਾਂ ਇਹ ਆਪਾਂ ਸਰਵੰਗ ਸਮਤਾ ਦੇ ਕੁਐਸਚਨਾਂ ਦੇ ਇਸ ਅਕੋਰਡਿੰਗ ਗੱਲ ਕਰਨੀ ਹੈ ਕਿ ਤੁਸੀਂ ਪਹਿਲਾਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ ਹੈ, ਉਸ 'ਚ ਆਪਾਂ ਦੇਖਾਂਗੇ ਕਿ ਆਪਾਂ ਨੂੰ ਕੀ ਦਿੱਤਾ ਹੋਇਆ ਅਤੇ ਕੀ ਨਹੀਂ ਦਿੱਤਾ ਹੋਇਆ। ਇੱਕ ਐਗਜ਼ਾਮਪਲ ਰੇਖਾਵਾਂ L ਅਤੇ M, ਦੋ ਸਮਾਂਤਰ ਰੇਖਾਵਾਂ L ਅਤੇ M ਇੱਕ ਹੋਰ ਸਮਾਂਤਰ ਰੇਖਾਵਾਂ ਦੇ ਜੋੜੇ P ਅਤੇ Q ਦੁਆਰਾ ਕੱਟੀਆਂ ਜਾਂਦੀਆਂ ਹਨ। ਆਪਾਂ ਨੂੰ ਇਸ ਕੁਐਸਚਨ ਦੀ ਡਾਇਗਰਾਮ ਅਲੱਗ ਦਿੱਤੀ ਹੋਈ ਹੈ। ਤਾਂ ਸਿੱਧ ਕਰੋ त्रिकोण ABC सर्वांग सम है CDA। जो डायग्राम है L ते M दो समांतर रेखावां ने, P ਤੇ Q ਉਹਨਾਂ ਨੂੰ ਆਪਸ ਦੇ ਵਿੱਚ ਕੱਟ ਰਹੀਆਂ ਹਨ ਤੇ ਜਿਹੜੇ ਚਾਰ ਪੁਆਇੰਟ ਰੇ ਆਪਸ ਜਿਹੜੇ ਕੱਟ ਰਹੇ ਨੇ ਉਹਨਾਂ ਦੇ ਨਾਮ ਦੇ ਰੱਖੇ ਨੇ A B C ਤੇ D। ਹੁਣ ਆਪਾਂ ਦੇਖੋ ਆ ਦੇ ਰੱਖਿਆ ਕੀ ਦਿੱਤਾ ਹੋਇਆ ਆਪਾਂ ਨੂੰ, ਆ ਇਹਦੇ ਸਮਾਂਤਰ ਹੈ, ਆ ਇਹਦੇ ਸਮਾਂਤਰ ਹੈ, ਤੀਰ ਦਾ ਨਿਸ਼ਾਨ ਹੁੰਦਾ ਜੋ ਸਮਾਂਤਰ ਦਾ ਹੁੰਦਾ ਹੈ। ਤਾਂ ਸਮਾਂਤਰ ਰੇਖਾਵਾਂ ਵਿਚਕਾਰ ਜਦੋਂ ਚਤੁਰਭੁਜ ਬਣਦੀ ਹੈ, ਦੇਖੋ ਇੱਥੇ ਚਤੁਰਭੁਜ ਬਣ ਚੁੱਕੀ ਹੈ ABCD, ਤਾਂ ਉਹ ਹਮੇਸ਼ਾ ਕਿਹੜੀ ਹੁੰਦੀ ਹੈ, ਦੇਖੋ ਆ ਜੋੜਾ ਇਹਦੇ ਸਮਾਂਤਰ ਹੈ, ਆ ਇਹਦੇ ਸਮਾਂਤਰ ਹੈ, ਤਾਂ ਸਨਮੁਖ ਜੋੜੇ ਆਪਸ ਦੇ ਵਿੱਚ ਕੀ ਹੋ ਗਏ ਸਮਾਂਤਰ ਹੋ ਗਏ। ਤਾਂ ਇਸ ਲਈ ਜਿਹੜੀ ABCD ਹੋਗੀ ਉਹ ਕਿਹੜੀ ਚਤੁਰਭੁਜ ਹੋਗੀ, ਇੱਕ ਸਮਾਂਤਰ ਚਤੁਰਭੁਜ ਹੈ। ਸਮਾਂਤਰ ਚਤੁਰਭੁਜ ਬਣ ਗਈ ਨਾ। ਤੇ 8ਵੀਂ ਕਲਾਸ ਦੇ ਵਿੱਚ ਆਪਾਂ ਸਮਾਂਤਰ ਚਤੁਰਭੁਜ ਬੜੇ ਬੜੀ ਡਿਟੇਲ 'ਚ ਗੱਲ ਕੀਤੀ ਹੋਈ ਹੈ ਕਿ ਜਦੋਂ ਇੱਕ ਸਮਾਂਤਰ ਚਤੁਰਭੁਜ ਹੁੰਦੀ ਹੈ ਤਾਂ ਉਹਦੀ ਖਾਸੀਅਤ ਕੀ ਹੁੰਦੀ ਹੈ, ਉਹਦੇ ਆਮਨੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਮਤਲਬ AD ਕਿਹਦੇ ਬਰਾਬਰ ਆ ਗਿਆ, BC ਦੇ, AB ਕਿਹਦੇ ਬਰਾਬਰ ਆ ਗਿਆ, CD ਦੇ। ਜਿਹੜਾ ਇਹ ਕੁਐਸਚਨ ਹੈ ਨਾ, ਇਹ ਆਪਾਂ ਜਿੰਨੇ ਆਪਾਂ ਸਿਧਾਂਤ ਕੀਤੇ ਆ ਮੇਨ SSS SAS ASA, ਇਹ ਆਪਾਂ ਹਰੇਕ ਸਿਧਾਂਤ ਦੇ ਨਾਲ ਕਰ ਸਕਦੇ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਫਿਲਹਾਲ ਆਪਾਂ ਕਿਉਂਕਿ ਗੱਲ ਕਰ ਰਹੇ ਹਾਂ SAS ਦੀ, ਤਾਂ ਮੈਂ ਇਹਨੂੰ SAS ਨਾਲ ਕਰੂੰਗਾ। ਤੇ ਦੇਖੋ ਜਿਹੜਾ AC ਵਿਕਰਨ ਆ ਗਿਆ ਇਹ ਦੋਹਾਂ ਦੇ ਵਿੱਚ ਕੀ ਆ ਗਿਆ, ਸਾਂਝਾ ਆ ਗਿਆ। ਹੁਣ ਆਪਾਂ ਨੂੰ ਜੋ ਦੋ ਤਿਕੋਣਾਂ ਚਾਹੀਦੀਆਂ ਨੇ, ਕਿਹੜੀਆਂ ਚਾਹੀਦੀਆਂ ਨੇ, ABC ਅਤੇ ਤਿਕੋਣ CDA ਵਿੱਚ, ABC ਅਤੇ CDA। ਇੱਕ ਸਭ ਤੋਂ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ, ਮੈਂ ਹੁਣ ਇੱਥੇ ਡਿਸਕਸ ਕਰ ਰਿਹਾ। ਨਾਰਮਲ ਆਪਣੀ ਆਦਤ ਕੀ ਹੁੰਦੀ ਹੈ, ਜਿਹੜੀ ਉੱਪਰਲੀ ਤਿਕੋਣ ਹੁੰਦੀ ਆ ਆਪਾਂ ਉਹਦੀਆਂ ਭੁਜਾਵਾਂ ਪਹਿਲਾਂ ਲਿਖਾਂਗੇ। ਕਹਿਣ ਦਾ ਮਤਲਬ ਤੁਸੀਂ AD ਬਰਾਬਰ BC ਲਿਖੋਗੇ, ਆਪਣੀ ਆਦਤ ਹੈ ਲਿਖਣ ਦੀ ਹੈ। ਆਪਾਂ ਉੱਪਰਲੀ ਤਿਕੋਣ ਨੂੰ ਪਹਿਲਾਂ ਲਿਖਦੇ ਹੁੰਦੇ ਆ। ਲੇਕਿਨ ਇੱਕ ਇੰਪੋਰਟੈਂਟ ਚੀਜ਼ ਪਤਾ ਕੀ ਹੈ, ਜਿਹੜੀ ਤਿਕੋਣ ਪਹਿਲੇ ਨੰਬਰ ਤੇ ਹੈ ਉਸੇ ਦੀਆਂ ਭੁਜਾਵਾਂ ਤੇ ਜਿਹੜੇ ਕੋਣ ਹੈ ਉਹ ਪਹਿਲੇ ਨੰਬਰ ਤੇ ਹੋਣੇ ਚਾਹੀਦੇ ਆ। ਇਹ ਬੜੀ ਇੰਪੋਰਟੈਂਟ ਇਹਦਾ ਪੁਆਇੰਟ ਹੈ। ਹੁਣ ABC ਕਿਹੜੀ ਨਿਚਲੀ ਤਿਕੋਣ ਹੈ, ਨਿਚਲੀ ਹੈ ਨਾ, ਤਾਂ ਆਪਾਂ ਨੀਚੇ ਆਪਾਂ ਨਿਚਲਾ ਲਿਖਾਂਗੇ। ਦੇਖੋ ਤਾਂ BC ਇੱਥੇ ਪਹਿਲਾਂ ਆਊਗਾ, AD ਬਾਅਦ ਚ ਆਊਗਾ। ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ। ਜੋ ਤਿਕੋਣ ਆਪਾਂ ਪਹਿਲੇ ਨੰਬਰ ਤੇ ਲਈ ਹੈ ਜਾਂ ਖੱਬੇ ਹੱਥ ਲਈ ਹੈ, ਉਸੇ ਦੀਆਂ ਭੁਜਾਵਾਂ ਅਤੇ ਉਸੇ ਦੇ ਕੋਣ ਵੀ ਖੱਬੇ ਹੱਥ ਹੀ ਆਣਗੇ। BC ਬਰਾਬਰ ਹੈ AD। ਠੀਕ, AC ਦੋਹਾਂ ਦੇ ਵਿੱਚ ਆ ਗਿਆ, AC ਕੀ ਹੋ ਗਿਆ, ਸਾਂਝਾ। ਹੁਣ ਜੇ ਤਾਂ ਮੈਂ ਤੀਜੀ ਭੁਜਾ ਲਵਾਂਗਾ ਤਾਂ ਦੇਖੋ SSS ਹੋ ਜਾਊਗਾ। ਆਪਾਂ ਸਰਵੰਗ ਸਮ ਹੋ ਗਿਆ,
कोई दिक्कत वाली गल नहीं। तुसी तीजी भुजा लिख के किहड़ी रह गई ए बी बराबर है सी डी एस 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 दे नाल की हो गया तिकोना सर्वंग सम। मैं दोनों चीज़ां नाल करवा रहा देखो थोनों ए बी बराबर सी डी ठीक तो तिकोना हो गया सर्वंग सम। ये अपना तिन्ने भुजावां दा सिद्धांत आ गया। परंतु होर देखो इनू आपां किवें कर सकते हैं क्योंकि आ रेखा ते आ रेखा समांतर है तो आपां नू पता है फिर आ कोण भी आपस की होणगे बराबर Z शेप च आ गए तो Z शेप च किहड़े कोण हुंदे ने एकांतर कोण हुंदे आ। तां फर्क ही पै गया इहदी जगह ते सिर्फ मैं चेंज थोड़ा जिहा कर रहा ताकि तुहानू पता लग जाए एक एक चेंज दे नाल क्वेश्चन दे की फर्क पैंदा है। उरे आपां नाम दिता क्योंकि आपां नीचे आ त्रिकोण लई होई है पहला 1 ते 2 ਇਹਦੀ जगह ਤੇ ਆਪਾਂ लिख ਦਾਂਗੇ कोण 1 बराबर है कोण 2 एकांतर कोण। ਤਾਂ ਹੁਣ ਆਪਣੇ ਕੋਲ ਕੀ ਹੋ ਗਿਆ देखो BC AD ਦੇ बराबर हो गया आ ਆਪਾਂ ਸਾਂਝਾ ਲੈ ਲਿਆ आ कोण बराबर करते ਤਾਂ ਜਦੋਂ ਤਿਕੋਣਾ ਸਰਵੰਗ ਸਮ ਹੋ ਜਾਣਗੇ ਉਹ ਕਿਹੜੇ ਸਿਧਾਂਤ ਨਾਲ ਹੋ ਜਾਣਗੀਆਂ SAS ਦੇ ਨਾਲ। ਤਾਂ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਤੁਹਾਡੇ ਤੇ ਕਿਉਂਕਿ ਪੇਪਰ ਦੇ ਵਿੱਚ ਸਿਧਾਂਤ ਨਹੀਂ ਆਂਦਾ ਇੱਕ ਸਿਰਫ ਤੁਹਾਡੀ ਨੌਲੇਜ ਵਾਸਤੇ ਆਪਾਂ ਕੀ ਕਰਨਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਹੁਣ एक क्वेश्चन हो रहा है अपने को डायग्राम आपां नूं दित्ती हुई है एक चित्र दे विच AC बराबर AE AB बराबर AD अते कोण BAD बराबर है कोण EAC। सिद्ध करो BC बराबर है DE। ये तो आपां नूं स्टेटमेंट दी हुई है तो डायग्राम की है अपने कोले इस अकॉर्डिंग आपां नूं चतुर्भुज बनी हुई है ठीक। AB DCE आपां नूं की दिता होया है AC ते AE AB ते AD कोण BAD बराबर कोण EAC। इत्थे 3 शर्तां देतियां हुण तक आपां जिन्नी भी गल कीती हुई है आपां 2 शर्तां दी गल कीती हुई है तो उरे 3 देतियां ਇਹਦਾ मतलब एक शर्त इत्थे एडजस्ट होगी। एडजस्ट का मतलब वो कुछ ना कुछ प्लस होगा कुछ ना कुछ माइनस होगा या कुछ ना कुछ ਉਹਦੇ ਵਿੱਚ कुछ एडजस्टमेंट होनी है आपां देखते हैं। हुण एक भुजा एक भुजा एक ਇਹਦੀ ਤਾਂ ਤਿਕੋਣ देखो ਕਿਹੜੀ बन रही है एक आप सिद्ध करना है BC थोनों ये चीज़ां दसणगे किहड़ी त्रिकोण लैनी है BC बराबर है DE। तो देखो किहड़ी किहड़ी त्रिकोण बन गई एक तो बन गई अपने कोले आह ABC जिहदे विच एक आ हिस्सा है ये आप सिद्ध करना है तो एक कोण दे रखिया है इत्थे है ना। दूजी अपने कोले हैगी है AED आ दे रखिया तो आप सिद्ध की करना है BC ते DE नूं इत्थे मैं डॉट लाता एक आ कोण है तो फिर त्रिकोण ABC अते त्रिकोण ADE विच किहड़े-किहड़े कंप्लीट हिस्से पे ने सिंगल AC बराबर है AE दूजा AB बराबर है AD पर जिहड़ा कोण दिता होया ना ये कोण अद्धा है आ देखो कला हिस्सा है पर आपां दा पूरा कोण चाहिए ते खासियत जिहड़ा ये कोण है ये दोहां दे विच साझा पिया देखो ध्यान नाल जे आ 1 है आ 2 है इनू मैं 3 देता हुण 1 बराबर है 2 दोहां पासे आपां बराबर कोण जोड़ सकते हैं आ 1 हो गया आ 3 तो जो बराबर कोण जोड़ता की बन गया अपने को देखो ध्यान नाल 1 ते 3 नूं जोड़िया कोण BAC ओनू जोड़िया कोण DAE तो तिकोना हो गया सर्वंग सम। अगर तिकोना सर्वंग सम हो गया SAS नाल हो गया अपने को सर्वंग सम देखो तो यदा मतलब BC की दे बराबर आ गया DE दे बराबर आ गया CPCT। तो दोस्तों ये सी अपने को त्रिकोण का पहला मापदंड दे सवाल SAS। थैंक यू।